अंश महला तीजा। ये शरीर जजरी है, इसनू जर पहुँचे आए। गुर राखे से उबरे, होर मर जमै आवे जाए। होर मर जमह आवै जावै, अंत गए पछुतावै। बिन नावै सुख ना होई, एथै कमावै सो फल पावै। मन मुख है पत खोई, जम पुर घोर अंधार महागुवार। ना तिथै भैण न पाई, ये शरीर जजरी है, इसनू जार पहुँचे आए। वाहिगुरु जी का खालसा, वाहिगुरु जी की फतेह। धन धन साहिब महाराज सच्चे पातशाह जी श्री गुरु ग्रंथ साहिब साहिबां दी पावन पवित्र हजूरी अंदर जुड़ बैठी गुरु दे प्यार वाली गुरु दी साजी नवाजी साध संगत जीओ। सतगुरां दी अपार मेहर किरपा हुई है कि आपां गुरु चरणां विच बैठे हैं। अमृत वेले तो नेतरेम दियां बाणियां दे जाप होए, आशा जी दी वार दे कीर्तन सरवण कीते ने। उपरंत चल रही लड़ीवार कथा सरवण करन लई साहिब महाराज पातशाह जी दे हजूरी च बैठे हैं। ये पावन शब्द 584 अंक तो आरंभ हो के 585 ते संपूर्ण हुंदा है। श्री गुरु अमरदास जी उपदेश कर रहे ने। वडहंस महला तीजा। ये शरीर जजरी है, सो ये जजरी तो भाव जीरण है। ये पुराना, ये टुटिया फुटिया, सो ये कमज़ोर, ये कमज़ोर है, पुराना है, टुटिया फुटिया इदां दा शरीर है। इसनू जार पहुँचे आए। जार वडेपा, वडेपा हुण पहुँचना इसनूं हर एक ते वडेपा आउंदा, वडेपा आ जांदा इस शरीर ते। जदों वडेपा आउंदा ते शरीर जिहड़ा कमज़ोर हो जाता है। गुर राखे से उबरे, होर मर जमै आवै जाए। जिन्हां नूं सतगुरु जी रखदे ने ना, वो ही बचदे ने। बाकी तो सारे जम्मण मरण दे चक्कर विच पै जांदे ने। होर मर जमै आवै जाए, अंत गए पछुतावै। बिन नावै सुख न होई। नाम तो बिना तां सारे जम्मण मरण दे गेड़ विच हन, ते नाम तो बिना सुख नहीं है, पछताउणा ही पैंदा है। एथै कमावै सो फल पावै, मन मुख है पत खोई। जो इत्थे कमाउणा ते ओहदा ओहो जिहा ही फल मिलना। जिहड़े मानमुख ने वो माड़े कर्म करते हैं, जिस करके अपनी इज्जत आबरू गवा के जाते हैं। जम पुर घोर अंधार महागुवार, ना तिथ भैण न भाई। जमा दी पूरी दे विच सो घुप हनेरा, उत्थे कोई साख संबंधी नहीं है, ना भैन है ना भरा है जिहड़ा साडी सहायता कर सकेगा। ये शरीर जजरी है, इसनू जार पहुँचे आए। ये तो पुराना है, टुटिया फुटिया आ, वडेपा इहदे ते आउणा ही आउणा है। काया कंचन तांथिया, जां सतगुर लय मिलाए। ये काया जिहड़ी है तां पवित्र हुंदी है जे गुरु दे नाल मेल हो जावे। ब्रह्म माया विचों कटिया,
ਸਚੜੈ ਨਾਮ ਸਮਾਏ। ਅੰਦਰੋਂ ਭਰਮ ਮਾਇਆ ਸਤਿਗੁਰੂ ਜੀ ਕੱਟ ਦਿੰਦੇ ਨੇ, ਇਹਨੂੰ ਸੱਚਾ ਬਣਾ ਦਿੰਦੇ ਨੇ, ਅਤੇ ਨਾਮ ਦੀ ਸਮਾਈ ਸੱਚੇ ਵਿੱਚ ਹੀ ਹੁੰਦੀ ਹੈ। ਜਦੋਂ ਇਹ ਸੱਚਾ ਬਣ ਜਾਂਦਾ ਹੈ, ਇਹ ਨਾਮ ਦੇ ਵਿੱਚ ਸਮਾ ਜਾਂਦਾ ਹੈ। ਸੱਚੈ ਨਾਮ ਸਮਾਏ ਹਰ ਗੁਣ ਗਾਏ, ਮਿਲ ਪ੍ਰੀਤਮ ਸੁਖ ਪਾਏ। ਸੱਚਿਆਂ ਦੀ ਨਾਮ ਦੇ ਵਿੱਚ ਸਮਾਈ ਹੁੰਦੀ ਹੈ, ਹਰੀ ਦੇ ਗੁਣ ਗਾਉਂਦਾ ਹੈ ਅਤੇ ਆਪਣੇ ਪਿਆਰੇ ਨੂੰ ਮਿਲ ਕੇ ਸੁਖ ਪ੍ਰਾਪਤ ਕਰਦਾ ਹੈ। ਸਦਾ ਆਨੰਦ ਰਹੈ ਦਿਨ ਰਾਤੀ, ਵਿੱਚ ਹਉਮੈ ਜਾਏ। ਫਿਰ ਸਦਾ ਵਾਸਤੇ ਦਿਨ ਰਾਤ ਆਨੰਦ ਹੀ ਆਨੰਦ ਬਣਿਆ ਰਹਿੰਦਾ, ਜਦੋਂ ਹਉਮੈ ਵਿੱਚੋਂ ਚਲੀ ਜਾਂਦੀ ਹੈ। ਜਿਨੀ ਪੁਰਖੀ ਹਰ ਨਾਮ ਚਿਤ ਲਾਇਆ, ਤਿਨ ਕੈ ਹਉ ਲਾਗੋਂ ਪਾਏ। ਜਿਨ੍ਹਾਂ ਪੁਰਖਾਂ ਨੇ ਆਪਣਾ ਚਿੱਤ ਨਾਮ ਦੇ ਵਿੱਚ ਲਾਉਣਾ ਕੀਤਾ ਹੈ, ਮੈਂ ਉਹਨਾਂ ਦੇ ਪੈਰੀਂ ਪੈਂਦਾ, ਉਹਨਾਂ ਦੇ ਪੈਰੀਂ ਲੱਗਦਾ ਮੈਂ। ਕਾਇਆ ਕੰਚਨ ਤਾਂ ਥੀਐ, ਜਾਂ ਸਤਿਗੁਰ ਲੈ ਮਿਲਾਏ। ਇਹ ਸਰੀਰ ਤਾਂ ਤਦ ਹੀ ਕੰਚਨ ਹੁੰਦਾ ਹੈ, ਭਾਵ ਪਵਿੱਤਰ ਹੁੰਦਾ ਹੈ, ਜੇ ਗੁਰੂ ਦੇ ਨਾਲ ਇਸ ਦਾ ਮੇਲ ਹੋ ਜਾਵੇ। ਸੋ ਸੱਚਾ ਸੱਚ ਸਲਾਹੀਐ, ਜੇ ਸਤਿਗੁਰ ਦੇ ਬੁਝਾਏ। ਅਕਾਲ ਪੁਰਖ ਪਰਮਾਤਮਾ ਸੱਚਾ ਹੈ। ਸਤਿਗੁਰੂ ਜੀ ਜਿਹਨੂੰ ਇਹ ਸੋਝੀ ਦੇ ਦੇਣ ਹੈ ਨਾ, ਉਹਨੂੰ ਪਤਾ ਲੱਗਦਾ ਵੀ ਹਾਂ ਵੀ ਸੱਚ ਤਾਂ ਕੇਵਲ ਅਤੇ ਕੇਵਲ ਰੱਬ ਹੀ ਹੈ। ਜਿਹਨੂੰ ਇਸ ਬਾਤ ਦੀ ਸੋਝੀ ਆ ਜਾਂਦੀ ਹੈ ਵੀ ਸੱਚ ਕੇਵਲ ਅਤੇ ਕੇਵਲ ਪਰਮਾਤਮਾ ਹੈ, ਸदैवी ਰਹਿਣੇ ਵਾਲਾ, ਉਹ ਫਿਰ ਸੱਚੇ ਦੀ ਸਿਫਤ ਸਲਾਹ ਕਰਦਾ ਹੈ। ਬਿਨ ਸਤਿਗੁਰ ਭਰਮ ਭੁਲਾਣੀਆਂ, ਕਿਆ ਮੋਹ ਦੇਸਨ ਆਗੇ ਜਾਏ। ਸਮੁੱਚੀ ਲੁਕਾਈ ਸਤਿਗੁਰ ਤੋਂ ਬਿਨਾਂ ਭਰਮ ਦੇ ਵਿੱਚ ਹੀ ਭੁੱਲੀ ਫਿਰਦੀ ਹੈ। ਜਦੋਂ ਧਰਮ ਰਾਜੇ ਦੀ ਕਚਹਿਰੀ 'ਚ ਜਾਣਾ, ਜਿੱਥੇ ਲੇਖਾ ਹੋਣਾ ਹੈ, ਉੱਥੇ ਕੀ ਮੂੰਹ ਦੇਵੇਗਾ, ਕਿਆ ਮੂੰਹ ਲਿਖੇ ਜਾਏਗਾ। ਕਿਆ ਦੇਨ ਮੋਹ ਜਾਏ, ਅਵਗੁਣ ਪਛਤਾਏ, ਦੁੱਖੋ ਦੁੱਖ ਕਮਾਏ। ਸੋ ਉੱਥੇ ਦਰਗਾਹ ਦੇ ਵਿੱਚ ਕੀ ਮੂੰਹ ਦੇਣਾ, ਪਛਤਾਉਣਾ ਹੀ ਪੈਣਾ। ਸੋ ਇੱਥੇ ਮਾੜੇ ਕੰਮ ਕੀਤੇ ਆ, ਜਿਹਦੇ ਕਰਕੇ ਦੁੱਖੋ ਦੁੱਖ ਕਮਾਏ। ਦੁੱਖ ਹੀ ਦੁੱਖ ਹੈ, ਦੁੱਖਾਂ ਦੀ ਹੀ ਕਮਾਈ ਕੀਤੀ ਹੈ। ਨਾਮ ਰਤੀਆ ਸੇ ਰੰਗ ਝਲੂਲਾ, ਫਿਰ ਕੈ ਅੰਕ ਸਮਾਏ। ਜਿਹੜੇ ਗੁਰਮੁਖ ਪਿਆਰੇ ਨਾਮ ਦੇ ਵਿੱਚ ਰਤੇ ਜਾਂਦੇ ਨੇ, ਕਹਿੰਦੇ ਉਹਨਾਂ ਨੂੰ ਗੂੜਾ ਰੰਗ ਚੜ੍ਹਦਾ, ਅਤੇ ਫਿਰ ਉਹ ਪ੍ਰਮਾਤਮਾ ਪਰਮੇਸ਼ਰ ਦੇ ਅੰਕ ਵਿੱਚ ਸਮਾਉਂਦੇ ਨੇ। ਸੋ ਭਾਵ ਉਹਦੇ ਹਿਰਦੇ ਦੇ ਵਿੱਚ ਉਹ ਸਮਾ ਜਾਂਦੇ ਨੇ। ਤਿਸ ਜੀਵੜ ਅਵਰ ਨਾ ਸੁਝਈ, ਕਿਸੇ ਆਗੇ ਕਹੀਐ ਜਾਏ। ਉਸ ਪਾਰ ਬ੍ਰਹਮ ਪਰਮੇਸ਼ਰ ਜਿੱਡਾ ਹੋਰ ਕੋਈ ਸੁਝਦਾ ਨਹੀਂ ਹੈ। ਸੋ ਕਿਹਦੇ ਅੱਗੇ ਜਾ ਕੇ ਕਹੀਏ, ਕਿਹਨੂੰ ਕਹੀਏ। ਸੋ ਸੱਚਾ ਸੱਚ ਸਲਾਹੀਐ, ਜੇ ਸਤਿਗੁਰ ਦੇ ਬੁਝਾਏ। ਇਸ ਗੱਲ ਦੀ ਸੋਝੀ ਨਹੀਂ ਪੈਂਦੀ ਹੈ ਕਿ ਸੱਚ ਕੀ ਹੈ। ਸੱਚ ਤਾਂ ਉਹੀ ਹੁੰਦਾ ਜਿਸ ਦੀ ਮੌਤ ਨਾ ਹੋਵੇ, ਜਿਸ ਦਾ ਜਨਮ ਨਾ ਹੋਵੇ, ਸदैवी ਹੋਵੇ। ਸੱਚ ਤਾਂ ਉਹ ਹੈ ਵੀ ਸ੍ਰਿਸ਼ਟੀ ਦੀ ਪੈਦਾ ਕਰਨ ਤੋਂ ਪਹਿਲਾਂ ਵੀ ਜਿਸ ਦੀ ਹੋਂਦ ਸੀ, ਅਤੇ ਜਦੋਂ ਪਰਲੈ ਆਉਣੀ ਹੈ, ਉਸ ਵਕਤ ਵੀ ਉਸ ਦੀ ਹੋਂਦ ਕਾਇਮ ਰਹਿਣੀ ਹੈ। ਉਸੇ ਨੂੰ ਹੀ ਆਦਿ ਸੱਚ ਜੁਗਾਦ ਸੱਚ ਕਿਹਾ ਜਾਂਦਾ ਹੈ। ਸੋ ਇਸ ਗੱਲ ਦੀ ਸੋਝੀ ਸਤਿਗੁਰੂ ਜੀ ਕਰਾਉਂਦੇ ਨੇ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਸ ਨੂੰ ਵੀ ਸੱਚ ਦੀ ਸੋਝੀ ਆ ਗਈ, ਉਹ ਫਿਰ ਸੱਚ ਤੋਂ ਬਿਨਾਂ ਹੋਰ ਕਿਸੇ ਦੀ ਸਿਫਤ ਸਲਾਹ ਨਹੀਂ ਕਰਦਾ। ਉਹ ਕੇਵਲ ਅਤੇ ਕੇਵਲ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੀ ਹੀ ਸਿਫਤ ਸਲਾਹ ਵਿੱਚ ਜੁਟ ਜਾਂਦਾ। ਜਿਨੀ ਸਚੜਾ ਸੱਚ ਸਲਾਹਿਆ, ਹਾਂ ਤਿਨ ਲਾਗੋਂ ਪਾਏ। ਗੁਰੂ ਅਮਰਦਾਸ ਜੀ ਕਹਿੰਦੇ, ਭਾਈ
ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਸੱਚੇ ਦੀ ਸਿਫਤ ਸਲਾਹ ਕੀਤੀ ਹੈ ਵੀ ਮੈਂ ਤਾਂ ਉਹਨਾਂ ਦੇ ਪੈਰੀਂ ਲੱਗਦਾ। ਸੁਭਾਵ ਉਹਨਾਂ ਦੇ ਅੱਗੇ ਨਿਮਰਤਾ ਦੇ ਵਿੱਚ ਰਹਿਣਾ। ਜਿਹੜੇ ਬੰਦਗੀ ਕਰਨੇ ਵਾਲੇ ਆ ਉਹਨਾਂ ਦੇ ਪੈਰੀਂ ਲੱਗਣਾ ਤੋਂ ਭਾਵ ਹੁੰਦਾ ਨਿਮਰਤਾ ਦੇ ਵਿੱਚ ਰਹਿਣਾ, ਹੱਥ ਜੋੜ ਸੇਵਾ ਵਾਸਤੇ ਤਤਪਰ ਲੈਣਾ। ਸਿੰਝ ਗੁਰੂ ਸਾਹਿਬ ਜੀ ਆਪਣੇ 'ਤੇ ਗੱਲ ਲੈ ਕੇ ਕਹਿੰਦੇ ਨੇ ਵੀ ਮੈਂ ਉਹਨਾਂ ਦੇ ਪੈਰੀਂ ਲੱਗਦਾ, ਜਿਹੜੇ ਸੱਚੇ ਦੀ ਸਿਫਤ ਸਲਾਹ ਵਿੱਚ ਜੁਟੇ ਹੋਏ ਹੁੰਦੇ ਨੇ, ਭਜਨ ਬੰਦਗੀ ਕਰਦੇ ਨੇ। ਇੰਝ ਸਾਨੂੰ ਮਹਾਰਾਜ ਜੀ ਨਿਮਰਤਾ ਸਿਖਾਉਂਦੇ ਨੇ ਵੀ ਜਿਹੜੇ ਗੁਰਮੁਖ ਪਿਆਰੇ ਗੁਰੂ ਕੇ ਸਿੱਖ ਭਜਨ ਬੰਦਗੀ ਕਰਦੇ ਆ ਵੀ ਮੈਂ ਉਹਨਾਂ ਦੇ ਪੈਰੀਂ ਲੱਗਦਾ। ਸਾਨੂੰ ਸਿਖਾਇਆ ਹੋਇਆ ਭਾਈ ਉਹਨਾਂ ਦੇ ਪੈਰੀਂ ਲੱਗਣਾ। ਸੋ ਜਿਹੜੇ ਭਜਨ ਬੰਦਗੀ ਕਰਦੇ ਨੇ ਸੇ ਜਨ ਸੱਚੇ ਨਿਰਮਲੇ ਤਿਨ ਮਿਲਿਆ ਮਲ ਸਭ ਜਾਏ। ਸਿਫਤ ਸਲਾਹ ਕਰਨੇ ਵਾਲੇ ਹੀ ਸੱਚੇ ਹੁੰਦੇ ਨੇ, ਉਹ ਨਿਰਮਲ ਹੁੰਦੇ ਨੇ, ਮੈਲ ਤੋਂ ਰਹਿਤ ਹੁੰਦੇ ਨੇ। ਬਲਕਿ ਉਹਨਾਂ ਨੂੰ ਜਿਹੜਾ ਵੀ ਮਿਲਦਾ ਹੈ ਉਸੇ ਦੀ ਮੈਲ ਜਿਹੜੀ ਹੈ ਉਹ ਚਲੀ ਜਾਂਦੀ ਹੈ। ਮੈਲ ਸਭ ਜਾਏ, ਹਰ ਇੱਕ ਪ੍ਰਕਾਰ ਦੀ ਮੈਲ, ਕਿਸੇ ਕਿਸਮ ਦੀ ਮੈਲ ਰਹਿੰਦੀ ਹੀ ਨਹੀਂ ਹੈ, ਮੈਲ ਨਿਕਲ ਜਾਂਦੀ ਹੈ। ਤਿਨ ਮਿਲਿਓ ਮਲ ਸਭ ਜਾਏ ਸੱਚਾ ਸਰਨਾਏ ਸੱਚਾ ਸਹਿਜ ਸੁਭਾਏ। ਸੋ ਇਹੋ ਜਿਹੇ ਗੁਰਮੁਖ ਪਿਆਰਿਆਂ ਨੂੰ ਜਦੋਂ ਮਿਲੀ ਦਾ ਮਨ ਦੀ ਮੈਲ ਜਿਹੜੀ ਹੈ ਉਹ ਲੈ ਜਾਂਦੀ ਹੈ। ਸੋ ਸੱਚਾ ਸਰ ਨਾਏ। ਸੱਚਾ ਸਰ ਕਿਹੜਾ? ਸੱਚਾ ਸਰ ਹੈ ਨਾਮ ਦਾ, ਭਾਵ ਸੱਚਾ ਸਰੋਵਰ ਨਾਮ ਦਾ ਹੁੰਦਾ। ਸੋ ਜਿਹੜੇ ਸੱਚੇ ਸਰ ਵਿੱਚ ਨਹਾਉਂਦੇ ਨੇ ਉਹੀ ਸੱਚਾ ਸਹਿਜ ਸੁਭਾਏ। ਸੋ ਉਹ ਅੰਦਰੋਂ ਅਡੋਲ ਹੁੰਦੇ ਨੇ ਅਤੇ ਉਹ ਹੀ ਅਕਾਲ ਪੁਰਖ ਪਰਮਾਤਮਾ ਨੂੰ ਪਾਉਂਦੇ ਨੇ। ਜਿਹੜਾ ਡੋਲਦਾ ਰੱਬ ਨੂੰ ਨਹੀਂ ਪਾਉਂਦਾ, ਜਿਹੜਾ ਅਡੋਲ ਹੁੰਦਾ ਰੱਬ ਨੂੰ ਪਾਉਂਦਾ। ਜਿਹੜਾ ਮੈਲ ਵਾਲਾ ਉਹ ਰੱਬ ਨੂੰ ਨਹੀਂ ਪਾਉਂਦਾ। ਜਿਹੜਾ ਪਵਿੱਤਰ ਹੈ ਸੋ ਮਾਇਆ ਤੋਂ ਰਹਿਤ ਹੈ ਉਹ ਰੱਬ ਨੂੰ ਪਾਉਂਦਾ ਹੈ। ਇਸ ਕਰਕੇ ਮਹਾਰਾਜ ਪਾਤਸ਼ਾਹ ਇੱਥੇ ਕਿਰਪਾ ਕਰਦੇ ਨੇ, ਕਹਿੰਦੇ ਇਹ ਗੁਰਮੁਖਾਂ ਦੇ ਨਾਲ ਮੇਲ ਕਰਕੇ ਸਤਸੰਗ ਦੇ ਵਿੱਚ ਉਹਦਾ ਨਾਮ ਜਪ ਕੇ ਅਤੇ ਸੱਚਾ ਸਰ ਨਾਏ। ਜਿਹੜੇ ਗੁਰਮੁਖ ਪਿਆਰੇ ਉਹ ਸੱਚ ਦੇ ਸਰੋਵਰ ਵਿੱਚ ਨਹਾਉਂਦੇ ਨੇ ਅਤੇ ਅੰਦਰੋਂ ਆਤਮਿਕ ਤੌਰ 'ਤੇ ਉਹ ਅਡੋਲ ਹੋ ਜਾਂਦੇ ਨੇ ਅਤੇ ਅਕਾਲ ਪੁਰਖ ਨੂੰ ਪਾਉਂਦੇ ਨੇ। ਨਾਮ ਨਿਰੰਜਨ ਅਗਮ ਗੋਚਰ ਸਤਿਗੁਰ ਦੀਆ ਬੁਝਾਏ। ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਜਿਹਦਾ ਨਾਮ ਨਿਰੰਜਨ ਹੈ, ਗੁਣ ਆ ਉਹਦਾ ਹੈ ਅਕਾਲ ਪੁਰਖ ਦਾ। ਭਾਵ ਮਾਇਆ ਜਿਹੜੀ ਹੈ ਬਾਕੀ ਤਾਂ ਸਾਰਿਆਂ 'ਤੇ ਪ੍ਰਭਾਵ ਪਾ ਲਊ ਪਰ ਅਕਾਲ ਪੁਰਖ 'ਤੇ ਥੋੜ੍ਹੀ ਪ੍ਰਭਾਵ ਪਾ ਸਕਦੀ ਹੈ। ਸੋ ਨਿਰਅੰਜਨ ਅਕਾਲ ਪੁਰਖ ਮਾਇਆ ਤੋਂ ਰਹਿਤ ਨੇ। ਅੰਜਨ ਤੋਂ ਭਾਵ ਹੁੰਦਾ ਕਾਲਖ, ਕਾਲਖ। ਸੋ ਕਾਲਖ ਤੋਂ ਭਾਵ ਹੈ ਅਵਿਦਿਆ, ਗਿਆਨ ਦਾ ਨਾ ਹੋਣਾ, ਇਸੇ ਨੂੰ ਹੀ ਕਾਲਖ ਕਿਹਾ ਜਾਂਦਾ ਹੈ। ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦਾ ਨਾਮ ਜਿਹੜਾ ਹੈ ਉਹ ਨਿਰੰਜਨ ਹੈ। ਜਿਹੜਾ ਵੀ ਉਸ ਦੇ ਨਾਮ ਨੂੰ ਜਪਦਾ ਹੈ ਨਾ ਉਹਦੀ ਕਾਲਖ ਕੱਟੀ ਜਾਂਦੀ ਹੈ, ਉਹਦੀ ਅਵਿਦਿਆ ਕੱਟੀ ਜਾਂਦੀ ਹੈ, ਉਹਨੂੰ ਗਿਆਨ ਪ੍ਰਾਪਤ ਹੁੰਦਾ ਹੈ। ਸੋ ਜਿਹੜਾ ਅਸਲ ਗਿਆਨ ਹੈ, ਅਸਲ ਗਿਆਨ ਤਾਂ ਇਹੋ ਹੀ ਹੈ ਇਸ ਸੰਸਾਰ ਦੇ ਉੱਤੇ ਕੋਈ ਥਿਰ ਨਹੀਂ ਰਿਹਾ। ਇਸ ਸੰਸਾਰ ਦੇ ਉੱਤੇ ਜਿਹੜਾ ਵੀ ਆਇਆ ਸੋ ਆਪਣਾ ਸਫ਼ਰ ਪੂਰਾ ਕਰਕੇ ਉਹ ਚਲਾ ਗਿਆ। ਜਿਹਨੂੰ ਇਹ ਗਿਆਨ ਆ ਜਾਂਦਾ ਸੋ ਭਾਈ ਉਹਨੂੰ ਗੁਰਮਤਿ ਦਾ ਗਿਆਨ, ਗੁਰਮਤਿ ਦੀ ਸੋਝੀ ਆ ਗਈ। ਸੋ ਜਿਨ੍ਹਾਂ ਨੇ ਸੰਸਾਰ ਨੂੰ ਸੱਤ ਮੰਨ ਲਿਆ ਉਹ ਮੋਹ ਮਾਇਆ ਲੱਭ ਲੋਭ ਇਹਨਾਂ ਵਿਕਾਰਾਂ ਦੇ ਵਿੱਚ ਫਸ ਜਾਂਦੇ ਨੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ 'ਤੇ ਕਿਰਪਾ ਕਰਦੇ, ਕਹਿੰਦੇ ਉਹਦਾ ਨਾਮ ਹੈ ਨਿਰੰਜਨ। ਸੋ ਭਾਵ ਉਹਦਾ ਨਾਮ ਮਾਇਆ ਤੋਂ ਰਹਿਤ ਕਰ ਦਿੰਦਾ, ਅਵਿਦਿਆ ਤੋਂ ਰਹਿਤ ਕਰ ਦਿੰਦਾ। ਉਹਦਾ ਨਾਮ ਹੈ ਅਗਮ, ਉਹਦਾ ਨਾਮ ਅਗਮ ਹੈ, ਉਹਦੇ ਤੱਕ ਪਹੁੰਚਿਆ ਨਹੀਂ ਜਾਂਦਾ। ਜਿਸ ਵੀ ਭਗਤ ਨੇ ਰੱਬ ਨੂੰ ਪਾਇਆ ਪਰਮਾਤਮਾ ਪਹੁੰਚਾ ਉਹਦੇ ਕੋਲ, ਭਗਤ ਕੋਲ। ਭਗਤ ਨਹੀਂ ਪਹੁੰਚ ਸਕਦਾ, ਅਸੀਂ ਨਹੀਂ ਪਹੁੰਚ ਸਕਦੇ। ਉਹ ਅਗਮ ਹੈ, ਉਹਨੂੰ ਕਿਸੇ ਵੀ ਕਿਸਮ ਦਾ ਕੋਈ ਗਮ ਨਹੀਂ ਹੈ,
ਕੋਈ ਫਿਕਰ ਨਹੀਂ ਹੈ, ਗਮਾਂ ਤੋਂ ਰਹਿਤ ਹੈ, ਇਸ ਕਰਕੇ ਉਹਨੂੰ ਅਗਮ ਕਹਿ ਦਿੱਤਾ। ਅਗੋਚਰ, ਉਹਦੀ ਪਕੜ ਨਹੀਂ ਕੀਤੀ ਜਾ ਸਕਦੀ ਹੈ ਪਰਮਾਤਮਾ ਦੀ। ਸਾਡੇ ਇੰਦਰੀਆਂ ਦੀ ਪਕੜ ਤੋਂ ਉਹ ਬਹੁਤ ਪਰੇ ਹੈ, ਉਹ ਅਗੋਚਰ ਹੈ। ਸਤਿਗੁਰ ਦੀਆ ਬੁਝਾਏ, ਜਿਹੜਾ ਅਗੰਮ ਹੈ, ਅਗੋਚਰ ਹੈ, ਅਤੇ ਉਹਦੀ ਸੂਝ ਸਾਨੂੰ ਗੁਰੂ ਨੇ ਦਿੱਤੀ ਹੈ। ਸਤਿਗੁਰੂ ਦੀਆ ਬੁਝਾਏ, ਮਹਾਰਾਜ ਨੇ ਸਾਨੂੰ ਸੂਝ ਦੇ ਦਿੱਤੀ। ਭਾਈ ਉਹ ਜਲ ਥਲ ਮਹੀਲ ਗੁਪਤੋ ਵਰਤੈ, ਪਾਣੀ ਵਿੱਚ ਹੈ, ਸੁੱਕੀ ਜਗ੍ਹਾ 'ਤੇ ਆ, ਆਕਾਸ਼ ਵਿੱਚ ਹੈ, ਪਤਾਲ ਵਿੱਚ ਹੈ, ਪਰ ਗੁਪਤ ਰੂਪ ਦੇ ਵਿੱਚ ਵਰਤਦਾ ਪਿਆ। ਜੇ ਉਹਨੂੰ ਦੇਖਣਾ ਹੋਵੇ, ਮਹਾਰਾਜ ਕਹਿੰਦੇ ਘੱਟ ਭੀਤਰ ਦੇਖ ਮੁਰਾਰੀ ਜੀ। ਜੇ ਦੇਖਣਾ ਤਾਂ ਆਪਣੇ ਹਿਰਦੇ ਵਿੱਚ ਝਾਤੀ ਮਾਰਨੀ ਪਵੇਗੀ। ਜਿਹਨੂੰ ਆਪਣੇ ਹਿਰਦੇ ਵਿੱਚ ਝਾਕ ਕੇ ਰੱਬ ਦਿਸਦਾ ਹੈ, ਉਹ ਰੱਬ ਦੀ ਹੋਂਦ ਨੂੰ ਹਰ ਇੱਕ ਜਗ੍ਹਾ 'ਤੇ ਮਹਿਸੂਸ ਕਰਨ ਲੱਗ ਪੈਂਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਮੈਨੂੰ ਇਸ ਗੱਲ ਦੀ ਸੋਝੀ ਦਿੱਤੀ ਹੈ ਸਤਿਗੁਰਾਂ ਨੇ, ਅਤੇ ਫਿਰ ਮੈਂ ਨਾਮ ਜਪਣਾ ਸ਼ੁਰੂ ਕਰ ਦਿੱਤਾ। ਨਾਮ ਜਪਿਆ। ਆਨ ਦਿਨ ਭਗਤ ਕਰਹਿ ਰੰਗ ਰਾਤੇ, ਨਾਨਕ ਸੱਚ ਸਮਾਏ। ਜਿਹੜਾ ਅਕਾਲ ਪੁਰਖ ਪਰਮਾਤਮਾ ਸੱਚ ਹੈ, ਸੱਚ, ਉਹਦੇ ਵਿੱਚ ਸਮਾਈ ਕਿੱਦਾਂ ਹੁੰਦੀ ਹੈ? ਉਹਦੇ ਵਿੱਚ ਸਮਾਈ ਕਿੱਦਾਂ ਹੁੰਦੀ ਹੈ? ਉਹਦੇ ਵਿੱਚ ਅਭੇਦਤਾ ਕਿਵੇਂ ਹੁੰਦੀ ਹੈ? ਮਹਾਰਾਜ ਜੀ ਕਹਿੰਦੇ ਵੀ ਦਿਨ ਰਾਤ ਉਹਦੀ ਬੰਦਗੀ ਕਰਨੀ ਪੈਂਦੀ ਹੈ, ਦਿਨ ਰਾਤ। ਜਿਹੜੇ ਭਗਤ ਜਨ ਬਿਨਾਂ ਆਲਸ ਤੋਂ ਦਿਨ ਰਾਤ ਉਹਦੀ ਬੰਦਗੀ, ਉਹਦੀ ਇਬਾਦਤ ਕਰਦੇ ਨੇ, ਅਤੇ ਉਹ ਉਹਦੇ ਨਾਮ ਦੇ ਵਿੱਚ, ਉਹਦੇ ਪਿਆਰ ਦੇ ਵਿੱਚ ਰੰਗੇ ਜਾਂਦੇ ਨੇ। ਜਿਹੜਾ ਉਹਦੇ ਰੰਗ ਦੇ ਵਿੱਚ ਰੰਗਿਆ ਗਿਆ ਹੈ, ਉਹ ਹੀ ਸੱਚ ਵਿੱਚ ਸਮਾਉਂਦਾ। ਭਾਵ ਉਹਦੇ ਵਰਗਾ ਹੋ ਗਿਆ ਨਾ, ਉਹਦੇ ਰੰਗ ਵਿੱਚ ਰੰਗਿਆ ਗਿਆ, ਉਹਦੇ ਵਰਗਾ ਹੋ ਗਿਆ। ਜਿਹੜਾ ਉਹਦੇ ਵਰਗਾ ਹੋ ਜਾਣਾ, ਉਹੀ ਉਹਦੇ ਵਿੱਚ ਸਮਾਉਣਾ। ਜੇ ਉਹਦੇ ਵਰਗੇ ਨਾ ਹੋ ਸਕੇ, ਫਿਰ ਉਹਦੇ ਵਿੱਚ ਸਮਾ ਨਹੀਂ ਸਕਦੇ। ਉਹਦੇ ਵਿੱਚ ਸਮਾਉਣ ਤੋਂ ਪਹਿਲਾਂ ਸਾਨੂੰ ਪਰਮਾਤਮਾ ਪਰਮੇਸ਼ਰ ਵਰਗਾ ਬਣਨਾ ਪੈਣਾ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਰੱਬ ਦਾ ਪਿਆਰਾ ਇੱਦਾਂ ਦਾ ਹੁੰਦਾ ਜਿੱਦਾਂ ਦਾ ਰੱਬ ਹੀ ਹੁੰਦਾ। ਅਤੇ ਇਸੇ ਕਰਕੇ ਹਰ ਜਨ ਦੁਈ ਏਕ ਹੈ, ਬਿਵਚਾਰ ਕਿਸ਼ਨਾਏ ਮਹਾਰਾਜ ਨੇ ਕਿਹਾ। ਰੱਬ ਦੇ ਵਿੱਚ ਅਤੇ ਰੱਬ ਦੇ ਪਿਆਰਿਆਂ 'ਚ, ਉਹਦੇ ਜਨਾਂ ਵਿੱਚ ਕੋਈ ਭੇਦ ਫਰਕ ਨਹੀਂ ਹੁੰਦਾ, ਇੱਕੋ ਹੀ ਰੂਪ ਹੁੰਦੇ ਨੇ, ਭਾਵ ਦੇ ਸਮਾਏ ਹੋਏ ਹੁੰਦੇ ਨੇ। ਜਿਨੀ ਸਚੜਾ ਸੱਚ ਧਿਆਇਆ, ਹਉ ਤਿਨ ਕੈ ਲਾਗੋਂ ਪਾਏ। ਜਿਨ੍ਹਾਂ ਨੇ ਵੀ ਸੱਚੜਾ ਪਰਮਾਤਮਾ ਪਰਮੇਸ਼ਰ ਨੂੰ ਸੱਚ ਧਿਆਇਆ, ਉਹਨੂੰ ਸੱਚ ਕਰਕੇ ਧਿਆਇਆ, ਉਹਨੂੰ ਧਿਆਇਆ ਸੱਚ ਕਰਕੇ, ਫਿਰ ਤੂੰ ਹੀ ਸदैਵੀ ਹੈ। ਬਾਕੀ ਤਾਂ ਸਾਰੀ ਸ੍ਰਿਸ਼ਟੀ ਆਉਣ ਜਾਣ ਵਾਲੀ ਹੈ, ਜੰਮਣ ਮਰਨ ਦੇ ਵਿੱਚ ਹੈ। ਬਾਕੀ ਤਾਂ ਸਭ ਕੁਛ ਮਿੱਥ ਹੈ, ਸਭ ਕੁਛ ਮਿੱਥ ਹੈ, ਸਭ ਕੁਛ ਨਾਸ਼ ਹੋ ਜਾਣੇ ਵਾਲਾ ਹੈ। ਇੱਕ ਤੂੰ ਹੈ ਸੱਚ। ਜਿਨ੍ਹਾਂ ਨੇ ਸੱਚੇ ਪਰਮਾਤਮਾ ਪਰਮੇਸ਼ਰ ਨੂੰ ਸੱਚੇ ਹਿਰਦੇ ਦੇ ਨਾਲ ਧਿਆਉਣਾ ਕੀਤਾ, ਮਹਾਰਾਜ ਕਹਿੰਦੇ ਨੇ ਹਾਂ ਤਿਨ ਕੈ ਲਾਗੋਂ ਪਾਏ। ਐਸੇ ਰੱਬ ਦੇ ਪਿਆਰਿਆਂ ਦੇ ਮੈਂ ਪੈਰੀਂ ਪੈਂਦਾ, ਮੈਂ ਉਹਨਾਂ ਦੇ ਪੈਰੀਂ ਲੱਗਦਾ। ਸਗੋਂ ਹਜ਼ੂਰ ਪਾਤਸ਼ਾਹ ਕਹਿ ਰਹੇ ਨੇ ਪੈਰੀਂ ਕਿਉਂ ਪਾਈ? ਕਿਉਂਕਿ ਉਹਨਾਂ ਨੇ ਸੱਚ ਨੂੰ ਪਹਿਚਾਣਿਆ ਅਤੇ ਸੱਚ ਨੂੰ ਧਿਆਇਆ। ਜਿਹੜੀ ਗੱਲ ਸਤਿਗੁਰੂ ਜੀ ਗੁਰਸਿੱਖਾਂ ਨੂੰ ਸਮਝਾਉਂਦੇ ਨੇ, ਅਤੇ ਜਿਨ੍ਹਾਂ ਨੇ ਇਸ ਗੱਲ ਨੂੰ ਸਮਝ ਲਿਆ, ਜਿਨ੍ਹਾਂ ਨੇ ਸਮਝ ਕੇ ਉਹਨੂੰ ਧਿਆਉਣਾ ਸ਼ੁਰੂ ਕਰ ਦਿੱਤਾ ਵੀ ਹਾਂ ਬਈ ਇਹ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੈ। ਫਿਰ ਜਿਹੜਾ ਨਾਮ ਤਾਂ ਕਿਹਨੇ ਨਹੀਂ ਜਪਿਆ, ਸਾਰੇ ਹੀ ਜਪਦੇ ਪਏ ਨੇ। ਬਾਣੀ ਤਾਂ ਕਹਿੰਦੀ ਹੈ ਸੋ ਧਰਤ ਆਕਾਸ਼ ਪਤਾਲ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ। ਫਿਰ ਜਿਤਨੇ ਵੀ ਪਸ਼ੂ ਹੈ, ਪੰਛੀ ਹੈ, ਜੋ ਬੋਲਤ ਮ੍ਰਿਗ ਮੀਨ ਪੰਖੇਰੂ, ਹਰ ਬਿਨ ਜਾਪਤ ਹੈ ਨਹੀਂ ਹੋਰ। ਕੀ ਪਸ਼ੂ ਹੈ, ਕੀ ਪੰਛੀ ਹੈ, ਸਾਰੇ ਹੀ ਉਸ ਨੂੰ ਧਿਆਉਂਦੇ ਨੇ। ਸੋ ਜਿਸ ਨੇ ਉਹਨੂੰ ਧਿਆਇਆ ਪੂਰਨ ਪ੍ਰਸਾਦ ਪਾਇਓ, ਪੂਰਨ ਕਿਰਪਾ ਉਹਨੂੰ ਮਿਲਣੀ ਹੈ ਜਿਹਨੇ ਧਿਆਇਆ। ਸੋ ਜਿਹੜਾ ਆਲਸ ਕਰਦਾ, ਨਹੀਂ ਧਿਆਉਂਦਾ, ਉਹ ਕਿਰਪਾ ਤੋਂ ਅਧੂਰਾ ਰਹਿ ਜਾਂਦਾ ਹੈ। ਜਿਹਨੂੰ ਕਿਰਪਾ ਪ੍ਰਾਪਤ ਹੋ ਜਾਂਦੀ, ਉਹਨੂੰ ਸਾਰਾ ਕੁਝ ਪ੍ਰਾਪਤ ਹੋ ਜਾਂਦਾ ਹੈ। ਕਿਉਂਕਿ ਤੁਮਰੀ ਕਿਰਪਾ ਮੈਂ ਸੂਖ ਘਨੇਰੇ, ਸੁੱਖ ਤਾਂ ਕਿਰਪਾ ਦੇ ਵਿੱਚ ਹੈ, ਕਿਰਪਾ ਦੇ ਵਿੱਚ ਸੁੱਖ ਹੁੰਦੇ ਹੈ।
ਸੋ ਕਿਰਪਾ ਤੋਂ ਭਾਵ ਹੁੰਦੇ ਖੁਸ਼ੀ ਹੈ। ਜਦੋਂ ਸਤਿਗੁਰੂ ਜੀ ਪ੍ਰਸੰਨ ਹੋ ਜਾਂਦੇ ਨੇ, ਖੁਸ਼ ਹੋ ਜਾਂਦੇ ਨੇ, ਉਹਨੂੰ ਆਪਾਂ ਕਿਰਪਾ ਕਹਿ ਸਕਦੇ ਹਾਂ। ਮਹਾਰਾਜ ਜੀ ਨੇ ਕਿਰਪਾ ਕੀਤੀ, ਪਾਵਨ ਉਪਦੇਸ਼ ਬਖਸ਼ਿਆ। ਕੱਲ੍ਹ ਤੋਂ ਵਡਹੰਸ ਕੀ ਵਾਰ, ਸੋ ਇਸ ਦੀ ਕਥਾ ਆਪਾਂ ਆਰੰਭ ਕਰਾਂਗੇ। ਵਡਹੰਸ ਦੀ ਵਾਰ ਦੀ। ਮਹਾਰਾਜ ਜੀ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਜੀ, ਉਪਦੇਸ਼ ਹਿਰਦਿਆਂ ਵਿੱਚ ਵਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦਿ। ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਪੜੀਆਂ, ਸ਼ਬਦ ਗਾ ਬਣਾਈਆਂ। ਸ਼ਬਦ ਤਾਂ ਗਾਵੋ ਹਰੀ ਖੇਰਾ, ਮਨ ਜਨੀ ਵਰਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹਨ ਤੂੰ ਮਨ ਮੇਰੇ। ਦੁਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ। ਕਰ ਸਭ ਸਵਾਰਣਾ, ਸਭਨਾ ਗੱਲਾਂ ਸਮਰਾ ਸੁਆਮੀ। ਸੋ ਕਿਉ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ। ਜਿਸ ਦੇ ਸੋ ਪਾਵੇਂ ਸਦਾ ਸਿਵ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਖਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮਦਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰਸ਼ਾਨ ਸੁਖ ਮਨੈ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਬਿਟੋ। ਜਿਸ ਦੀਆਂ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ। ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾਜੇ। ਕਲਾ ਜਿਤ ਕਰਤਾਰੀਆਂ, ਪੰਚ ਦੁੱਤ ਦਵਸ ਕੀਤੇ। ਕਾਲ ਕੰਠ ਕੁਮਾਰਿਆ, ਤੁਰ ਕਰਮ ਪਾਇਆ। ਤੁਰ ਜਿਨ ਕੋ ਸਿਨਾਮ ਹਰ ਕੇ ਲਾਗੇ, ਕਹਿ ਨਾਨਕ ਤੈਸ ਹੋਆ। ਤਿਤ ਕਰ ਅਨਹਦ ਵਾਜੇ। ਅਨ ਸੁਣੋ ਬੜ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਥੇ ਜਾਣੀ। ਸੁਣਤੇ ਪਨੀਤ ਕਹਤੇ, ਪਵਿੱਤ ਸਤਿਗੁਰ ਰਹਾ ਭਰਪੂਰੇ। ਬਿਨਵੰਤ ਨਾਨਕ ਗੁਰੂ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪਨੀਤ ਕਹਤੇ, ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰੂ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ।